गुड इवनिंग स्टूडेंट्स। लास्ट टाइम आप स्टडी किया RLVP ਦੇ ਕੋਲੀਗੇਟਿਵ ਪ੍ਰੋਪਰਟੀ। ਹੁਣ ਆਪਾਂ ਪੜ੍ਹਨਾ ਹੈ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਇਹ ਵੀ ਇੰਪੋਰਟੈਂਟ ਹੈ ਉਹਦੀ ਤਰ੍ਹਾਂ ਹੀ। ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਕੋਲੀਗੇਟਿਵ ਪ੍ਰੋਪਰਟੀ ਇਹਦਾ ਮਤਲਬ ਹੁੰਦਾ ਕੀ ਹੈ, ਦੇਖੋ ਇੱਕ ਪਰਟੀਕੂਲਰ ਟੈਂਪਰੇਚਰ ਜਦੋਂ ਕਹਿੰਦੇ ਜਿਹੜਾ ਸਾਡਾ ਵੇਪਰ ਪ੍ਰੈਸ਼ਰ ਹੈ, ਵੇਪਰ ਪ੍ਰੈਸ਼ਰ ਉਹ ਕਾਹਦੇ ਇਕੁਅਲ ਆ ਜਾਂਦਾ ਹੈ? ਐਟਮੋਸਫੈਰਿਕ ਪ੍ਰੈਸ਼ਰ ਦੇ। पंजाबी ਦੇ ਵਿੱਚ ਤਾਂ ਆਪਾਂ ਸਿੰਪਲ ਕਹਿ ਦਿੰਦੇ ਕਿ ਕਿਸੇ ਚੀਜ਼ ਦਾ ਉਬਲਣਾ ਉਹਨੂੰ ਆਪਾਂ ਕਹਿ ਦਿੰਦੇ ਬੋਇਲਿੰਗ ਪੁਆਇੰਟ। ਬਟ ਇਨ ਸਾਇੰਸ ਜਾਂ ਕੈਮਿਸਟਰੀ ਦੇ ਵਿੱਚ ਕੀ ਹੈ ਕਿ ਐਟ ਪਰਟੀਕੂਲਰ ਟੈਂਪਰੇਚਰ ਇਨ ਵਿਚ ਵੇਪਰ ਪ੍ਰੈਸ਼ਰ ਇਜ਼ ਇਕੁਅਲ ਟੂ ਐਟਮੋਸਫੈਰਿਕ ਪ੍ਰੈਸ਼ਰ, ਮਤਲਬ ਵੇਪਰ ਪ੍ਰੈਸ਼ਰ ਐਟਮੋਸਫੈਰਿਕ ਪ੍ਰੈਸ਼ਰ ਦੇ ਇਕੁਅਲ ਆ ਜਾਵੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਬੋਇਲਿੰਗ ਪੁਆਇੰਟ। ਤੇ ਆਪਾਂ ਗੱਲ ਕਰਦੇ ਪਏ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਐਲੀਵੇਸ਼ਨ ਦਾ ਮਤਲਬ ਕੀ ਹੁੰਦਾ ਹੈ? ਜਦੋਂ ਆਪਾਂ ਕਿਸੇ ਚੀਜ਼ ਨੂੰ ਗਰਮ ਕਰਦੇ ਹਾਂ ਤਾਂ ਉਹ ਐਕਸਪੈਂਡ ਕਰਦੀਆਂ ਚੀਜ਼ਾਂ, ਛੋਟੇ ਛੋਟੇ ਪਾਰਟੀਕਲਸ ਹੈ, ਉਹਨਾਂ ਦੀ ਕੈਨੇਟਿਕ ਐਨਰਜੀ ਵੱਧ ਜਾਂਦੀ ਹੈ ਤਾਂ ਉਹ ਵੇਪਰਸ ਬਣ ਕੇ ਉੱਡਣੇ ਸ਼ੁਰੂ ਹੋ ਜਾਂਦੇ ਆ। ਐਲੀਵੇਸ਼ਨ ਇਨ ਬੋਇਲਿੰਗ ਦਾ ਪੁਆਇੰਟ ਦਾ ਮਤਲਬ ਕੀ ਹੋਇਆ ਫਿਰ? ਕਹਿੰਦੇ ਡੈਲਟਾ TB ਇਜ਼ ਇਕੁਅਲ ਟੂ TB ਮਾਈਨਸ TB ਨੋਡ। ਆ ਸਾਡੇ ਕੋਲ ਇੱਕ ਕੁਆਂਟਿਟੀ ਹੈ ਜਿਹਨੂੰ ਆਪਾਂ ਮੰਨ ਲਿਆ ਇਕੁਏਸ਼ਨ ਫਸਟ। ਇਸ ਕੁਆਂਟਿਟੀ ਨੂੰ ਆਪਾਂ ਕੀ ਕਹਿ ਦਿੰਦੇ ਆ? ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਦੁਬਾਰਾ ਰਿਪੀਟ ਕਰਦਾ, ਸੁਣ ਲਓ। ਐਟ ਪਰਟੀਕੂਲਰ ਟੈਂਪਰੇਚਰ ਜਦੋਂ ਵੇਪਰ ਪ੍ਰੈਸ਼ਰ ਐਟਮੋਸਫੈਰਿਕ ਪ੍ਰੈਸ਼ਰ ਦੇ ਇਕੁਅਲ ਹੋ ਜਾਵੇ ਉਹਨੂੰ ਬੋਇਲਿੰਗ ਪੁਆਇੰਟ ਕਹਿੰਦੇ ਆ। ਇੱਕ ਪਰਟੀਕੂਲਰ ਕੁਆਂਟਿਟੀ ਡੈਲਟਾ TB ਇਜ਼ ਇਕੁਅਲ ਟੂ TB ਮਾਈਨਸ TB ਨੋਡ, ਇਸ ਕੁਆਂਟਿਟੀ ਨੂੰ ਆਪਾਂ ਕੀ ਕਹਿ ਦਿੰਦੇ ਆ? ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਦੂਸਰਾ ਕਹਿੰਦਾ ਕਿ ਸਾਡੇ ਕੋਲ ਕੀ ਹੈ, ਜਿਹੜਾ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਹੈ ਡੈਲਟਾ TB ਹੈ, ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ M ਦੇ। ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ M ਦੇ। M ਦਾ ਮਤਲਬ ਕੀ ਹੈ? ਸਾਡੇ ਕੋਲ ਮੋਲੈਲਿਟੀ। ਠੀਕ ਹੈ, ਹੁਣ ਸਾਨੂੰ ਸਭ ਨੂੰ ਪਤਾ ਹੈ ਅਗਰ ਡਾਇਰੈਕਟਲੀ ਪ੍ਰਪੋਰਸ਼ਨਲ ਮੋਲੈਲਿਟੀ ਹੈ ਤਾਂ ਪ੍ਰਪੋਰਸ਼ਨੈਲਿਟੀ ਹਟਾਉਣੀ ਪਊਗੀ ਸਾਨੂੰ। ਅਗਰ ਆਪਾਂ ਪ੍ਰਪੋਰਸ਼ਨੈਲਿਟੀ ਹਟਾਉਂਦੇ ਆ ਤਾਂ ਸਾਡੇ ਕੋਲ ਕੀ ਆਉਂਦਾ? ਪ੍ਰਪੋਰਸ਼ਨੈਲਿਟੀ ਕੌਂਸਟੈਂਟ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਮੋਲਲ ਐਲੀਵੇਸ਼ਨ ਕੌਂਸਟੈਂਟ, ਜਾਂ ਫਿਰ ਕਿ ਆਪਾਂ ਕੀ ਕਹਿ ਦਿੰਦੇ ਹਾਂ ਇਹਨੂੰ? ਐਬਿਊਲੋਸਕੋਪਿਕ ਕੌਂਸਟੈਂਟ। ਐਬਿਊਲੋਸਕੋਪਿਕ ਕੌਂਸਟੈਂਟ ਇਹਦਾ ਕੌਂਸਟੈਂਟ ਵੀ ਬੜਾ ਇੰਪੋਰਟੈਂਟ ਹੈ। ਪੇਪਰ 'ਚ 1 ਨੰਬਰ ਦੀ ਡੈਫੀਨੇਸ਼ਨ ਪੁੱਛ ਲੈਂਦੇ ਕਈ ਵਾਰ ਕਿ ਵਾਟ ਇਜ਼ ਮੋਲਲ ਐਲੀਵੇਸ਼ਨ ਕੌਂਸਟੈਂਟ ਜਾਂ ਫਿਰ ਐਬਿਊਲੋਸਕੋਪਿਕ ਕੌਂਸਟੈਂਟ। ਇਹਦਾ ਐਬਿਊਲੋਸਕੋਪਿਕ ਹੁੰਦਾ ਹੈ ਜਿਹੜਾ ਫਰੀਜ਼ਿੰਗ ਪੁਆਇੰਟ ਵਾਲਾ ਹੈ, ਉਹਦੇ ਵਿੱਚ ਕਰਾਇਓਸਕੋਪਿਕ ਕੌਂਸਟੈਂਟ ਹੁੰਦਾ ਜਾਂ ਫਿਰ ਮੋਲਲ ਡਿਪਰੈਸ਼ਨ ਕੌਂਸਟੈਂਟ। ਹੁਣ M ਕੀ ਹੈ ਸਾਡੇ ਕੋਲ? ਮੋਲੈਲਿਟੀ। ਮੋਲੈਲਿਟੀ ਦਾ ਫਾਰਮੂਲਾ ਸਾਨੂੰ ਸਭ ਨੂੰ ਪਤਾ ਹੈ ਕੀ ਹੁੰਦਾ? ਨੰਬਰ ਆਫ ਮੋਲਸ ਆਫ ਸੋਲਿਊਟ ਮਤਲਬ NB ਡਿਵਾਈਡਡ ਬਾਈ weight of solvent in grams मतलब WA into 1000। ਇਹ ਹੁੰਦਾ ਸਾਡਾ ਮੋਲੈਲਿਟੀ ਦਾ ਫਾਰਮੂਲਾ। ਫਿਰ ਇਹਨੂੰ ਆਪਾਂ ਕੀ ਕਵਾਂਗੇ? ਆ ਜਿਹੜਾ ਮੋਲੈਲਿਟੀ ਦਾ ਫਾਰਮੂਲਾ ਹੈ ਇਹਨੂੰ ਆਪਾਂ ਮੰਨ ਲਿਆ ਇਕੁਏਸ਼ਨ ਸੈਕਿੰਡ। ਇਹਨੂੰ ਆਪਾਂ ਮੰਨ ਲਿਆ ਇਕੁਏਸ਼ਨ ਥਰਡ। ਇੱਥੋਂ ਤੱਕ ਆਪਾਂ ਕਰ ਲਵਾਂਗੇ। ਉਸ ਤੋਂ ਬਾਅਦ ਆਪਾਂ ਕੀ ਕਵਾਂਗੇ? ਇਟ ਇਜ਼ ਕਲੀਅਰ ਫਰੋਮ ਦ ਇਕੁਏਸ਼ਨ ਸੈਕਿੰਡ कि एलिवेशन इन बॉइलिंग पॉइंट इज इक्वल टू द या फिर डायरेक्टली प्रोपोर्शनल टू द मोलैलिटी या फिर इज इक्वल टू द मोल फ्रैक्शन ऑफ सोल्यूट। मतलब कि मोल फ्रैक्शन ऑफ सोल्यूट के बराबर है नोट द नेचर ऑफ सोल्यूट, सो इट इज़ ए कोलीगेटिव प्रॉपर्टी। डायरेक्टली प्रोपोर्शनल का मतलब कि मोलैरिटी दे है, मतलब NB का। NB का मतलब तुहानू पता ही है कि की हुंदा है? नंबर ऑफ मोल्स ऑफ सोल्यूट। पिछे आपां हुणे डेरीवेशन करके आए सीगे कि NB काहदे इक्वल हुंदा साडा? NB is equal to WB upon MB। NB का इक्वल सीगा WB upon MB। NB का मतलब नंबर ऑफ मोल्स ऑफ सोल्यूट है, एक कादे इक्वल हुंदा वेट ग्राम ऑफ सोल्यूट डिवाइडेड बाय मॉलिकुलर मास ऑफ सोल्यूट। फिर आपां की करांगे? हुण आपां फिर वही आपां की कैलकुलेट करना? MB। हुण प्रूव करना है कि जिहड़ा एलिवेशन इन बॉइलिंग पॉइंट है कोलीगेटिव प्रॉपर्टी है। किसी भी चीज़ को प्रूव करने वास्ते साडा उहदा MB भी कढ़ना जरूरी है, मॉलिकुलर मास ऑफ सोल्यूट। फिर आपां की कीता? पुट द वैल्यू ऑफ M इन इक्वेशन सैकेंड इक्वेशन दे विच की करांगे? आपां M की वैल्यू पुट करांगे। तो फिर देखो साडे कोल की आ गया?
डेल्टा टी बी इज इक्वल टू के बी, इत्थे आ जाऊगा एन बी, एम की जगह एन बी डिवाइडेड बाय डबल्यू ए इंटू 1000 आ गया। के बी एन बी डबल्यू ए इंटू 1000। हुण इत्थे आपां की करांगे, पुट दी वैल्यू ऑफ एन बी जी फोर्थ इक्वेशन, इनू आपां फोर्थ इक्वेशन मान लिया। फोर्थ इक्वेशन च आपां एन बी की वैल्यू पुट करनी है, तो फिर देखो पुट की तो की आऊगा साडे कोल, देखो फिर डेल्टा टी बी इज इक्वल टू के बी, एन बी की जगह पुट करांगे तो डबल्यू बी अपॉन एम बी डिवाइडेड बाय डबल्यू ए इंटू 1000। हूँ आ डिवीजन च थले जाके मल्टीप्लाई के आ जाऊगा, फिर टी बी इज इक्वल टू के बी डबल्यू बी डिवाइडेड बाय डबल्यू ए इंटू एम बी इंटू 1000। हूँ एम बी कैलकुलेट करना है, एम बी कैलकुलेट करांगे, एम बी आ जाऊगा डेल्टा बी की जगह, डेल्टा बी चल जाऊगा एम बी की जगह पे। उस तो पहला पुट द वैल्यू ऑफ डेल्टा टी बी ऑफ डेल्टा टी बी इन इक्वेशन, इनू फिफ्थ मान लो, फिफ्थ टी बी की वैल्यू कितनी सी साढ़े को, टी बी माइनस टी बी नोड इक्वल टू के बी तो आऊगा डबल्यू बी डिवाइडेड बाय डबल्यू ए इंटू एम बी कैलकुलेट करना, एम बी इधर लै गए, एम बी इज इक्वल टू के बी डबल्यू बी अपॉन डबल्यू ए नाल आ गया साडा टी बी माइनस टी बी नोड, हैंस प्रूव्ड। यही आप डेरीवेशन करनी सी एलिवेशन इन बॉइलिंग पॉइंट की। सेम डेरीवेशन उदा ही है लगभग, बड़ी ईजी है डेरीवेशन है, इनू एक दो बारी आप प्रैक्टिस करांगे तो साडा ईजीली निकल जाऊगा। इस तो बाद जी डेरीवेशन है वो असीं सारे जने खुद ट्राई करांगे, सेम इदा ही है। इत्थे एलिवेशन इन बॉइलिंग पॉइंट है ना, थर्ड डेरीवेशन दे विच की आंदा है डिप्रैशन इन फ्रीजिंग पॉइंट। बॉइलिंग पॉइंट का मतलब की है, जो वेपर प्रैशर एटमोसफेरिक प्रैशर के इक्वल आ जाता उन्होंने बॉइलिंग पॉइंट कह देंगे सीगे आपां। फ्रीजिंग पॉइंट का मतलब की हुंदा है एट पर्टिकुलर टैंपरेचर जो लिक्विड स्टेट सॉलिड स्टेट दोनों इक्वल आ जाते हैं, उस पॉइंट को आप फ्रीजिंग पॉइंट कहने हैं। तो डिप्रैशन इन फ्रीजिंग पॉइंट का मतलब की है, जिदा ये होंगी सी साडी क्वांटिटी डेल्टा टी बी इज इक्वल टू टी बी माइनस टी बी नोड, वो होगा डेल्टा टी एफ, डेल्टा टी एफ इज इक्वल टू उल्टा है टी एफ नोड माइनस टी एफ। ये टी बी माइनस टी बी नोड सीगा, बट वो की होंगे टी एफ नोड माइनस टी एफ। इस क्वांटिटी को आप कह देंगे सीगे डिप्रैशन इन फ्रीजिंग पॉइंट। बाकी सारी स्टार्टिंग तो लैके फाइनल तक सारी डेरीवेशन सेम है, जिथे जिथे बी लगा है उत्थे उत्थे आप लगाना एफ। उहदे विच जिहड़ा कॉन्सटेंट आऊगा ये आऊगा डेल्टा टी एफ डायरैक्टली प्रोपोर्शनल टू एम सीगा, प्रोपोर्शनैलिटी हटा के आ जाऊगा डेल्टा टी एफ इज इक्वल टू के दे पैरां च एफ। के एफ नूं आपां की कहांगे, या तो इनू कहांगे आपां क्रायोस्कोपिक कॉन्सटेंट या फिर मोलर डिप्रैशन कॉन्सटेंट। बाकी सारी वैल्यू सेम इदा ही होनी है, जिथे जिथे बी लगा है उत्थे उत्थे एफ लगाना तुसीं, बाकी सारी वैल्यू सेम है। जिदा डेल्टा टी बी है इत्थे आ जाऊगा डेल्टा टी एफ फिर टी एफ नोड माइनस टी एफ के एफ टी एफ नोड माइनस टी एफ। बाकी सारी डेरीवेशन लगभग सेम ही है, उन्होंने आपां की कह दिंदे आ डिप्रैशन इन फ्रीजिंग पॉइंट। ये पेपर च क्वेश्चन किद्दां बनता है, मोस्टली इन्हां दी डेरीवेशन तो थोड़ी बहुत आती है, बट इहदे नाल रिलेटेड न्यूमेरिकल्स बहुत आते हैं, या फिर 2-2 नंबर के क्वेश्चन बन जाते हैं
ਕਿ ਵਾਟ ਇਜ਼ ਕ੍ਰਾਇਓਸਕੋਪੀ ਕੌਂਸਟੈਂਟ, ਵਾਟ ਇਜ਼ ਐਬੂਲੋਸਕੋਪੀ ਕੌਂਸਟੈਂਟ, ਜਾਂ ਫਿਰ ਕ੍ਰਾਇਓਸਕੋਪੀ ਕੌਂਸਟੈਂਟ ਕਿਹੜੀ ਕੋਲੀਗੇਟੀ ਪ੍ਰੋਪਰਟੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਜਾਂ ਫਿਰ ਮੋਲਲ ਐਲੀਵੇਸ਼ਨ ਕੌਂਸਟੈਂਟ ਜਾਂ ਡਿਪਰੈਸ਼ਨ ਕੌਂਸਟੈਂਟ ਕਿਹੜੀ ਕੋਲੀਗੇਟੀ ਪ੍ਰੋਪਰਟੀ ਦੇ ਵਿੱਚ ਯੂਜ਼ ਕੀਤਾ ਜਾਂਦਾ, ਤਾਂ ਉਹ ਆਪਾਂ ਦੇਖਾਂਗੇ। ਠੀਕ ਹੈ, ਹੁਣ ਇਹਦੇ ਨਾਲ ਰਿਲੇਟਡ ਜਿਹੜੇ ਨਿਊਮੈਰੀਕਲਸ ਆ ਉਹ ਤੁਸੀਂ ਖੁਦ ਟਰਾਈ ਕਰਨੇ ਆ, ਅਤੇ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਵਾਲੀ ਜਿਹੜੀ ਡੈਰੀਵੇਸ਼ਨ ਆ ਉਹ ਖੁਦ ਕਰਕੇ ਦੇਖਣੀ ਹੈ। ਓਕੇ, ਥੈਂਕ ਯੂ।